8th क्लास स्टूडेंट्स, अज इंग्लिश डेली डोज का अपना टॉपिक है रीडिंग कंप्रीहेंशन। रीडिंग कंप्रीहेंशन का मतलब होंदा रीडिंग पढ़ना, कंप्रीहेंशन समझ के पढ़ना। ठीक है, एक पैसेज है जिहड़ा आपां नूं दिता गया उस नूं आपां पढ़ना समझना ते प्रश्न उत्तर जो भी दिते हुए ने उन्होंने अपने उत्तर ने जिहड़े इस पैसेज विचों लभणे ने। सो सब तो पहला आपां पैसेज पढ़ते हैं। आर नैशनल एंथम, नैशनल एंथम होंदा राष्ट्रीय गान। साडा राष्ट्रीय गान जन गण मन इज़ अ सॉन्ग दैट इज़ हाईली मेलोडियस एंड डीपली मीनिंगफुल। मेलोडियस होंदा गा बहुत सुरीला एंड डीपली मीनिंगफुल। डीपली मीनिंगफुल होंदा डूंघे अर्थ वाला। साडा राष्ट्रीय गान जन गण मन बहुत ही सुरीला मन भाउंदा गा अते बहुत ही डूंघे मीनिंग वाला है, अर्थ वाला। इट वाज रिटन एंड कंपोज्ड बाय रविंद्रनाथ टैगोर। यह रविंद्रनाथ टैगोर जी द्वारा लिखा गया है अपना नैशनल एंथम। ही वाज अ ग्रेट पोएट, वो बहुत महान कवि सन। एंड वाज अवार्डड द नोबल प्राइज़ फॉर लिटरेचर इन 1913। 1913 में उन्होंने ਸਾਹਿਤ ਦੇ ਲਈ ਜਿਹੜਾ ਨੋਬਲ ਪ੍ਰਾਈਜ਼ ਆ ਉਹ ਮਿਲਿਆ। ਆਰ ਨੈਸ਼ਨਲ ਐਂਥਮ ਇਜ਼ ਸੰਗ ਔਨ ਆਲ ਸਰਮੋਨੀਅਲ ਓਕੇਜਨਜ਼। ਠੀਕ ਹੈ, ਓਕੇਜਨਜ਼ ਹੁੰਦੇ ਨੇ ਅਵਸਰ ਤੇ ਮੌਕੇ ਤੇ, ਸਰਮੋਨੀਅਲ ਮੌਕਿਆਂ ਤੇ ਉਹ ਗਾਏ ਜਾਂਦੇ ਆ। ਆਪਣਾ ਜਿਹੜਾ ਨੈਸ਼ਨਲ ਐਂਥਮ ਹੈ ਇਟ ਇਜ਼ ਆਲਸੋ ਸੰਗ ਐਟ ਦੀ ਟਾਈਮ ਆਫ ਮੋਰਨਿੰਗ ਪ੍ਰੇਅਰਜ਼ ਇਨ ਆਰ ਐਜੂਕੇਸ਼ਨਲ ਇੰਸਟੀਟਿਊਸ਼ਨ। ਜਿੰਨੇ ਵੀ ਸਾਡੀਆਂ ਵਿਦਿਅਕ ਸੰਸਥਾਵਾਂ ਹਨ ਉਹਨਾਂ ਵਿੱਚ ਸਵੇਰ ਦੀ ਸਭਾ ਵਿੱਚ ਆ ਜਿਹੜਾ ਇਹ ਗਾਇਆ ਜਾਂਦਾ ਗਾ ਆਪਣਾ ਰਾਸ਼ਟਰੀ ਗਾਨ। ਇਟ ਗਿਵਜ਼ ਦਾ ਮੈਸੇਜ ਆਫ ਪੀਸ ਇਜ਼, ਇਹ ਮੈਸੇਜ ਕਾਹਦਾ ਦਿੰਦਾ ਗਾ ਸਾਨੂੰ? ਪੀਸ, ਸ਼ਾਂਤੀ ਦਾ, ਪੇਸ਼ੈਂਸ ਧੀਰਜ ਰੱਖਣ ਦਾ, ਟੋਲਰੈਂਸ ਸਹਿਣਸ਼ੀਲਤਾ ਦਾ, ਐਂਡ ਨੈਸ਼ਨਲ ਯੂਨਿਟੀ ਅਤੇ ਰਾਸ਼ਟਰੀ ਏਕਤਾ ਦਾ ਜਿਹੜਾ ਉਹ ਸੁਨੇਹਾ ਸਾਨੂੰ ਦਿੰਦਾ ਹੈ। ਵੀ ਸ਼ੁੱਡ ਸਟੈਂਡ ਐਟ ਅਟੈਂਸ਼ਨ ਵੈਨ ਦਾ ਨੈਸ਼ਨਲ ਐਂਥਮ ਇਜ਼ ਬੀਂਗ ਪਲੇਡ ਔਰ ਸੰਗ। ਜਿੱਥੇ ਕਿਤੇ ਵੀ ਰਾਸ਼ਟਰੀ ਗਾਣ ਆ ਜਿਹੜਾ ਉਹ ਗਾਇਆ ਜਾਂਦਾ ਗਾ ਜਾਂ ਪਲੇ ਕੀਤਾ ਜਾਂਦਾ ਗਾ ਤਾਂ ਸਾਨੂੰ ਉਸੇ ਟਾਈਮ ਉਸੇ ਜਗ੍ਹਾ 'ਤੇ ਜਿਹੜਾ ਸਾਵਧਾਨ ਹੋ ਕੇ ਖੜ੍ਹ ਜਾਣਾ ਚਾਹੀਦਾ ਹੈ। ਆਰ ਨੈਸ਼ਨਲ ਸੌਂਗ, ਦੂਸਰਾ ਸਿੰਬਲ ਹੈ ਜਿਹੜਾ ਸਾਡਾ ਨੈਸ਼ਨਲ ਸੌਂਗ ਰਾਸ਼ਟਰੀ ਗੀਤ ਹੈ ਬੰਦੇ ਮਾਤਰਮ। ਬਾਜ ਰਿਟਨ ਬਾਏ ਬੰਕਮ ਚੰਦਰ ਚੈਟਰਜੀ। ਸਾਡਾ ਰਾਸ਼ਟਰੀ ਗੀਤ ਹੈ ਜਿਹੜਾ ਉਹ ਬੰਦੇ ਮਾਤਰਮ ਹੈ ਅਤੇ ਇਹ ਬੰਕਮ ਚੰਦਰ ਚੈਟਰਜੀ ਦੁਆਰਾ ਲਿਖਿਆ ਗਿਆ ਹੈਗਾ। The song is in the form of a son's respectful homage to his motherland। ਜਿਹੜਾ ਇਹ ਗੀਤ ਆ ਬੰਦੇ ਮਾਤਰਮ, ਇਹ ਰਿਸਪੈਕਟਫੁਲ ਹੋਮੇਜ ਬਹੁਤ ਸਤਿਕਾਰ ਦਿੱਤਾ ਗਿਆ। ਹੋਮੇਜ ਹੁੰਦਾ ਸਤਿਕਾਰ, ਆਦਰ ਸਤਿਕਾਰ ਦੇਣਾ। ਟੂ ਹਿਜ ਮਦਰਲੈਂਡ, ਆਪਣੀ ਮਾਤ ਭੂਮੀ ਨੂੰ। ਡਿਊਰਿੰਗ ਦਾ ਸਟਰਗਲ ਫਾਰ ਇੰਡੀਆਜ਼ ਫਰੀਡਮ, ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਦੇ ਦੌਰਾਨ। ਦਿਸ ਸੌਂਗ ਵਾਜ਼ ਸੋਰਸ ਆਫ ਗ੍ਰੇਟ ਇੰਸਪੀਰੇਸ਼ਨ ਫਾਰ ਆਰ ਗ੍ਰੇਟ ਫਰੀडम ਫਾਈਟਰਜ਼। ਗ੍ਰੇਟ ਫਰੀडम ਫਾਈਟਰਜ਼ ਹੁੰਦੇ ਨੇ ਬਹੁਤ ਮਹਾਨ ਆਜ਼ਾਦੀ ਘੁਲਾਟੀ ਜਿਨ੍ਹਾਂ ਨੇ ਸਾਡੀ ਆਜ਼ਾਦੀ ਲਈ ਆਪਣੀਆਂ ਜਾਨਾਂ ਵਾਰੀਆਂ। ਉਹਨਾਂ ਲਈ ਉਸ ਟਾਈਮ ਬੰਦੇ ਮਾਤਰਮ ਦਾ ਜੋ ਗੀਤ ਹੈ ਉਹ ਬਹੁਤ ਹੀ ਜ਼ਿਆਦਾ ਪ੍ਰੇਰਨਾ ਸਰੋਤ ਸੀ ਉਹਨਾਂ ਆਜ਼ਾਦੀ ਘੁਲਾਟੀਆਂ ਦੇ ਲਈ, ਫਰੀडम ਫਾਈਟਰਜ਼ ਦੇ ਲਈ। ਨੈਕਸਟ ਹੈਗਾ ਨੈਸ਼ਨਲ ਸਿੰਬਲ। ਆਰ ਨੈਸ਼ਨਲ ਐਨੀਮਲ ਇਜ਼ ਦਾ ਟਾਈਗਰ। ਸਾਡਾ ਰਾਸ਼ਟਰੀ ਪਸ਼ੂ ਟਾਈਗਰ ਹੈ। ਦਿਸ ਐਨੀਮਲ ਇਜ਼ ਅ ਸਿੰਬਲ ਆਫ ਗ੍ਰੇਸ। ਇਹ ਕਾਹਦਾ ਚਿੰਨ੍ਹ ਹੈ? ਜਿਹੜਾ ਐਨੀਮਲ ਆ, ਟਾਈਗਰ ਐਨੀਮਲ ਆ ਜਿਹੜਾ ਸਾਡਾ ਰਾਸ਼ਟਰੀ ਪਸ਼ੂ ਹੈ, ਇਹ ਗ੍ਰੇਸ ਸੁੰਦਰਤਾ, ਸਟਰੈਂਥ ਤਾਕਤ ਦਾ, ਐਜਿਲਿਟੀ ਫੁਰਤੀਲੇਪਨ ਦਾ, ਐਂਡ ਫੀਅਰਲੈਸਨੈਸ ਅਤੇ ਬਹਾਦਰੀ ਦਾ। ਸਿੰਸ ਨਵੰਬਰ 1972, ਨਵੰਬਰ 1972 ਤੋਂ ਲੈ ਕੇ ਦਾ ਟਾਈਗਰ ਹੈਜ਼ ਬੀਨ ਅਡੋਪਟਡ ਐਜ਼ ਆਰ ਨੈਸ਼ਨਲ ਐਨੀਮਲ। 1972 ਤੋਂ ਲੈ ਕੇ ਜਿਹੜਾ ਟਾਈਗਰ ਨੂੰ ਅਡੋਪਟ ਕੀਤਾ ਗਿਆ ਹੈਗਾ ਨੈਸ਼ਨਲ ਐਨੀਮਲ ਦੇ ਤੌਰ 'ਤੇ ਭਾਰਤ ਸਰਕਾਰ ਦੁਆਰਾ। ਆਰ ਨੈਸ਼ਨਲ ਬਰਡ ਇਜ਼ ਦਾ ਪੀਕੌਕ। ਸਾਡਾ ਰਾਸ਼ਟਰੀ ਪੰਛੀ ਹੈ ਉਹ ਪੀਕੌਕ ਹੈ, ਮੋਰ। ਦਿਸ ਵਰਡ ਇਜ਼ ਡੀਪਲੀ ਲਵਡ ਫਾਰ ਇਟਸ ਲਵਲੀ ਐਂਡ ਕਲਰਫੁਲ ਪਲੂਮੇਜ। ਜਿਹੜਾ ਇਹ ਪੰਛੀ ਹੈ ਮੋਰ ਆ, ਇਹ ਆਪਦੇ ਕਲਰਫੁਲ ਪਲੂਮੇਜ ਹੁੰਦੇ ਨੇ, ਰੰਗਦਾਰ ਖੰਭਾਂ ਕਰਕੇ ਬਹੁਤ ਜ਼ਿਆਦਾ ਇਸ ਨੂੰ ਪਿਆਰ ਕੀਤਾ ਜਾਂਦਾ ਗਾ। ਐਂਡ ਫਾਰ ਇਟਸ ਗ੍ਰੇਸਫੁਲ ਡਾਂਸ, ਜਿਹੜਾ ਇਹਦਾ ਡਾਂਸ ਹੈ, ਨੱਚਣ ਦਾ ਢੰਗ ਹੈ, ਉਹ ਬਹੁਤ ਜ਼ਿਆਦਾ ਸੋਹਣਾ ਗਾ, ਇਸ ਕਰਕੇ ਇਸ ਨੂੰ ਅਡੋਪਟ ਕੀਤਾ ਗਿਆ ਹੈਗਾ। ਸਿੰਸ 1963, 1963 ਤੋਂ ਲੈ ਕੇ ਇਟ ਹੈਜ਼ ਬੀਨ ਅਡੋਪਟਡ ਐਜ਼ ਆਰ ਨੈਸ਼ਨਲ ਵਰਡ।
1963 ਤੋਂ ਲੈ ਕੇ ਇਸ ਨੂੰ ਰਾਸ਼ਟਰੀ ਪੰਛੀ ਦੇ ਤੌਰ 'ਤੇ ਜਿਹੜਾ ਉਹ ਅਡੋਪਟ ਕੀਤਾ ਗਿਆ ਭਾਰਤ ਸਰਕਾਰ ਦੁਆਰਾ। ਦ ਹੰਟਿੰਗ ਆਫ ਦ ਪੀਕੌਕ ਐਂਡ ਆਫ ਦ ਟਾਈਗਰ ਹੈਜ਼ ਨਾਓ ਬੀਨ ਬੈਂਡ। ਬੈਂਡ ਹੁੰਦਾ ਰੋਕ ਲਗਾ ਦੇਣੀ, ਸਰਕਾਰ ਹੰਟਿੰਗ ਹੁੰਦਾ ਸ਼ਿਕਾਰ ਕਰਨ 'ਤੇ, ਮੋਰ ਅਤੇ ਟਾਈਗਰ ਦੇ ਸ਼ਿਕਾਰ ਕਰਨ 'ਤੇ ਭਾਰਤ ਸਰਕਾਰ ਦੁਆਰਾ ਰੋਕ ਲਗਾ ਦਿੱਤੀ ਗਈ। ਆਰ ਨੈਸ਼ਨਲ ਫਲਾਰ ਇਜ਼ ਦ ਲੋਟਸ। ਨੈਸ਼ਨਲ ਫਲਾਰ ਹੁੰਦਾ ਗਾ ਆਪਣਾ ਰਾਸ਼ਟਰੀ ਫੁੱਲ ਹੈ ਜਿਹੜਾ ਉਹ ਕੀ ਹੈਗਾ, ਲੋਟਸ, ਕਮਲ ਦਾ ਫੁੱਲ। ਦਿਸ ਲਵਲੀ ਫਲਾਰ ਸਿੰਬੋਲਾਈਜ਼ਜ਼ ਪਿਓਰਿਟੀ ਐਂਡ ਰਾਈਟਨੈਸਨੈਸ। ਇਹ ਸੋਹਣਾ ਫੁੱਲ ਹੈ ਜਿਹੜਾ ਇਹ ਕਾਹਦਾ ਚਿੰਨ੍ਹ ਹੈਗਾ, ਪਿਓਰਿਟੀ ਹੁੰਦਾ ਪਵਿੱਤਰਤਾ ਦਾ, ਰਾਈਟਨੈਸਨੈਸ ਦਾ। ਠੀਕ ਹੈ, ਰਾਈਟਨੈਸਨੈਸ ਹੁੰਦੀ ਹੈਗੀ ਬਿਲਕੁਲ ਆਪਣੇ ਪਵਿੱਤਰਤਾ ਲਈ ਜਾਂ ਫਿਰ ਆਪਣੇ ਸਹੀ ਹੋਣ ਦਾ ਜਿਹੜਾ ਕਮਲ ਦਾ ਫੁੱਲ ਉਹ ਜਾਣਿਆ ਜਾਂਦਾ ਹੈਗਾ। ਮੈਨੀ ਹਿੰਦੂ ਗੋਡਸ ਐਂਡ ਗੋਡੈਸਸ ਆਰ ਸੋਨ ਹੋਲਡਿੰਗ ਦਿਸ ਫਲਾਰ। ਹੋਲਡਿੰਗ ਹੁੰਦਾ ਪਕੜ ਕੇ ਰੱਖਣਾ। ਬਹੁਤ ਸਾਰੇ ਹਿੰਦੂ ਜਿਹੜੇ ਦੇਵੀ ਦੇਵਤੇ ਹੋਏ ਨੇ ਉਹਨਾਂ ਨੂੰ ਆਪਾਂ ਦੇਖ ਸਕਦੇ ਹਾਂ ਕਮਲ ਦਾ ਫੁੱਲ ਫੜੇ ਹੋਏ, ਔਰ ਸੀਟਡ ਔਨ ਇਟ, ਜਾਂ ਇਸ ਉੱਤੇ ਬੈਠੇ ਹੋਏ। ਆਲ ਦੀਜ਼ ਨੈਸ਼ਨਲ ਸਿੰਬਲਜ਼ ਪਲੇ ਅ ਵਾਈਟਲ ਰੋਲ ਇਨ ਆਰ ਲਾਈਫ। ਜਿਹੜੇ ਇਹ ਨੈਸ਼ਨਲ ਸਿੰਬਲਜ਼ ਨੇ, ਜਿੰਨੇ ਵੀ ਰਾਸ਼ਟਰੀ ਚਿੰਨ੍ਹ ਨੇ, ਇਹ ਸਾਡੀ ਜ਼ਿੰਦਗੀ ਵਿੱਚ ਬਹੁਤ ਵਾਈਟਲ ਰੋਲ, ਮਹੱਤਵਪੂਰਨ ਰੋਲ ਆ ਜਿਹੜਾ ਉਹ ਅਦਾ ਕਰਦੇ ਹਨ। ਮੈਨੂੰ ਉਮੀਦ ਆ ਬੱਚੇ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ। ਅਤੇ ਹੁਣ ਆਪਾਂ ਇਹਦੇ ਪ੍ਰਸ਼ਨ ਉੱਤਰ ਕਰਦੇ ਹਾਂ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਹੂ ਰੋਟ ਐਂਡ ਕੰਪੋਜ਼ਡ ਆਰ ਨੈਸ਼ਨਲ ਐਂਥਮ। ਸਾਡਾ ਰਾਸ਼ਟਰੀ ਜਿਹੜਾ ਗਾਣ ਆ ਉਹ ਕਿਸ ਨੇ ਲਿਖਿਆ? ਇਕਬਾਲ, ਬੰਕਿਮ ਚੰਦਰ ਚੈਟਰਜੀ, ਰਵਿੰਦਰਨਾਥ ਟੈਗੋਰ ਜਾਂ ਜੈਦੇਵ। ਤਾਂ ਇਹਦਾ ਸਹੀ ਆਨਸਰ ਹੈ ਸੀ ਆਨਸਰ ਹੈ ਰਵਿੰਦਰਨਾਥ ਟੈਗੋਰ 'ਤੇ ਟਿਕ ਕਰ ਲੈਣਾ। ਸੈਕਿੰਡ ਹੈ, ਹੂ ਰੋਟ ਆਰ ਨੈਸ਼ਨਲ ਸੌਂਗ। ਜਿਹੜਾ ਸਾਡਾ ਰਾਸ਼ਟਰੀ ਗੀਤ ਹੈ ਉਹ ਕਿਸ ਨੇ ਲਿਖਿਆ? ਇਕਬਾਲ, ਬੰਕਿਮ ਚੰਦਰ ਚੈਟਰਜੀ, ਰਵਿੰਦਰਨਾਥ ਟੈਗੋਰ ਜਾਂ ਜੈਦੇਵ। ਅਤੇ ਇਹਦਾ ਸਹੀ ਆਨਸਰ ਹੈ ਬੀ, ਬੰਕਿਮ ਚੰਦਰ ਚੈਟਰਜੀ। ਬੰਦੇ ਮਾਤਰਮ ਦਾ ਜੋ ਨੈਸ਼ਨਲ ਸੌਂਗ ਉਹ ਬੰਕਿਮ ਚੰਦਰ ਚੈਟਰਜੀ ਨੇ ਲਿਖਿਆ। ਤੀਸਰਾ ਪ੍ਰਸ਼ਨ ਹੈ, ਡੈਸ਼ ਇਜ਼ ਆਰ ਨੈਸ਼ਨਲ ਸੌਂਗ। ਇਹ ਸਾਡਾ ਰਾਸ਼ਟਰੀ ਗੀਤ ਹੈ। ਜਨ ਗਣ ਮਨ, ਬੰਦੇ ਮਾਤਰਮ, ਐ ਮੇਰੇ ਵਤਨ ਕੇ ਲੋਗੋ, सारे जहाँ से अच्छा, सारे जहाँ से अच्छा। ठीक है, इन्हां विचों किहड़ा जिहड़ा अपना नैशनल सॉन्ग है? तो इहदा बी ऑप्शन कर लेना, बंदे मातरम। फोर्थ प्रश्न है, रविंद्रनाथ टैगोर वाज अवार्डड नोबल प्राइज फॉर लिटरेचर इन। कदों ਸਾਹਿਤ ਦੇ ਵਿੱਚ ਰਵਿੰਦਰਨਾਥ ਟੈਗੋਰ ਜੀ ਨੂੰ ਕਿਸ ਸਾਲ ਨੋਬਲ ਪ੍ਰਾਈਜ਼ ਮਿਲਿਆ? 1912, 1913, 1914, 1911। ਤਾਂ ਇਹਦਾ ਸਹੀ ਆਨਸਰ ਹੈ ਬੀ 1913, 1913 ਦੇ ਵਿੱਚ। ਨੈਕਸਟ ਹੈ, ਆਰ ਨੈਸ਼ਨਲ ਐਨੀਮਲ ਇਜ਼। ਸਾਡਾ ਰਾਸ਼ਟਰੀ ਪਸ਼ੂ ਕਿਹੜਾ ਹੈ? ਟਾਈਗਰ, ਲਾਇਨ, ਐਲੀਫੈਂਟ, ਬੀਅਰ। ਤਾਂ ਇਹਦਾ ਸਹੀ ਆਨਸਰ ਹੈਗਾ ਟਾਈਗਰ। ਤਾਂ ਇਹ ਆਪਸ਼ਨ ਆ ਪੰਜਵੇਂ ਦੇ ਆਪਸ਼ਨ 'ਤੇ ਟਿਕ ਕਰ ਲਿਓ। ਛੇਵਾਂ ਪ੍ਰਸ਼ਨ ਹੈ, ਆਰ ਨੈਸ਼ਨਲ ਬਰਡ ਇਜ਼। ਸਾਡਾ ਰਾਸ਼ਟਰੀ ਪੰਛੀ ਕਿਹੜਾ ਹੈ? ਪੀਜਨ, ਪੀਕੌਕ, ਕੌਕ ਜਾਂ ਈਗਲ। ਤਾਂ ਇਹਦਾ ਬੀ ਆਨਸਰ ਹੈ ਜਿਹੜਾ ਛੇਵੇਂ ਪ੍ਰਸ਼ਨ ਦਾ ਬੀ ਆਨਸਰ ਟਿਕ ਕਰ ਲਿਓ, ਪੀਕੌਕ। ਮੋਰ ਹੈ ਜਿਹੜਾ ਸਾਡਾ ਰਾਸ਼ਟਰੀ ਪੰਛੀ ਹੈ। ਸੋ ਸਾਰੇ ਬੱਚਿਆਂ ਨੇ ਇਹ ਆਪਣੀ ਕਾਪੀਆਂ 'ਤੇ ਨੋਟ ਕਰਕੇ ਡੇਟ ਪਾ ਕੇ ਅੱਜ ਦੀ ਡੇਲੀ ਡੋਜ਼ ਇੰਗਲਿਸ਼ 8th ਕਲਾਸ ਅਤੇ ਆਪਦਾ ਨਾਮ ਲਿਖ ਕੇ, ਸੋ ਸਾਰੇ ਬੱਚੇ ਨੇ ਇਹ ਪ੍ਰਸ਼ਨ ਨੇ ਜਿਹੜੇ ਚੰਗੀ ਤਰ੍ਹਾਂ ਸਾਫ਼-ਸਾਫ਼ ਲਿਖ ਕੇ ਇਹਨਾਂ ਦੇ ਆਨਸਰ ਨੇ ਜਿਹੜੇ ਉਹ ਟਿਕ ਕਰਕੇ ਮੈਨੂੰ ਸੈਂਡ ਕਰਨੇ ਨੇ। ਸੋ ਉੱਪਰ ਜੋ ਪੈਸੇਜ ਦਿੱਤਾ ਗਾ ਇਹਨੂੰ ਚੰਗੀ ਤਰ੍ਹਾਂ ਰੀਡ ਕਰਕੇ ਸਮਝ ਕੇ, ਅਤੇ ਇਹਦੇ ਨਾਲ ਤੁਹਾਡੀ ਜਾਣਕਾਰੀ ਵਿੱਚ ਵੀ ਵਾਧਾ ਹੋਵੇਗਾ ਅਤੇ ਤੁਹਾਨੂੰ ਜਿਹੜੇ ਆਉਣ ਵਾਲੇ ਪੇਪਰ ਨੇ ਉਹਨਾਂ ਵਿੱਚ ਵੀ ਇਹਦਾ ਫਾਇਦਾ ਹੋਵੇਗਾ। ਸੋ ਸਾਰੇ ਬੱਚਿਆਂ ਨੇ ਇਸ ਕੰਮ ਜਿਹੜਾ ਕਰਕੇ ਭੇਜਣਾ।